मीडियम वेव 343.6 मीटर यानी 873 किलो हर्ट्स, FM बैंड 100.8 मैगा हर्ट्स फाजिलका, 100.9 मैगा हर्ट्स कसौली ਤੇ DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਇਹ ਆਕਾਸ਼ਵਾਣੀ ਹੈ। ਪੇਸ਼ੇ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਗਿਆਨ ਲੜੀਵਾਰ ਬਦਲਦਾ ਜਲਵਾਯੂ ਦੀ ਚੌਥੀ ਕੜੀ। ਹਾਂਜੀ ਪਿਆਰੇ ਸਰੋਤਿਓ, ਤੁਹਾਡਾ ਸਭ ਦਾ ਅੱਜ ਦੇ ਜਲਵਾਯੂ ਬਦਲਾਅ ਵਿਗਿਆਨ ਦੇ ਇਸ ਲੜੀਵਾਰ ਬਦਲਦਾ ਜਲਵਾਯੂ ਦੀ ਚੌਥੀ ਕੜੀ 'ਚ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ। ਜੀ ਹਾਂ, ਇਸ ਵਿਗਿਆਨ ਲੜੀਵਾਰ ਦੀ ਪਿਛਲੀ ਕੜੀ ਧਰਤ ਗ੍ਰਹਿ ਜਲਵਾਯੂ ਪ੍ਰਣਾਲੀ ਦੇ ਲਈ ਜ਼ਿੰਮੇਵਾਰ ਕਾਰਕ 'ਚ ਸੁਣੀ ਸੀ ਕਹਾਣੀ ਅਸੀਂ ਸਾਡੇ ਇਸ ਧਰਤ ਗ੍ਰਹਿ ਦੀ ਜਲਵਾਯੂ ਪ੍ਰਣਾਲੀ 'ਚ ਬਦਲਾਅ ਲਿਆਉਣ ਵਾਲੇ ਕਾਰਕਾਂ ਦੀ ਜਾਂ ਕਹਿ ਲਓ ਘਟਕਾਂ ਦੀ। ਸੁਣਿਆ ਸੀ ਤੁਸੀਂ ਕਿ ਕਿਵੇਂ ਡਰ ਗਏ ਸੀ ਬੱਚੇ ਜਦ ਉਹਨਾਂ ਨੇ ਵੇਖਿਆ ਸੀ ਫਿਲਮ 'ਚ ਪਿਘਲਦੀਆਂ ਬਰਫਾਨੀ ਚੋਟੀਆਂ ਨੂੰ, ਚੜ੍ਹਦੇ ਹੋਏ ਸਮੁੰਦਰ ਨੂੰ ਤੇ ਡੁੱਬਦੇ ਟਾਪੂਆਂ ਤੇ ਡੁੱਬਦੀਆਂ ਸਮੁੰਦਰ ਦੇ ਤੱਟੀ ਇਲਾਕਿਆਂ ਦੀਆਂ ਬਸਤੀਆਂ ਨੂੰ। ਸੁਣਿਆ ਸੀ ਕਿ ਕਿਵੇਂ ਸਾਡੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ਦੀ ਇਹ ਪ੍ਰਕਿਰਿਆ ਜੋ ਪ੍ਰਗਟ ਹੁੰਦੀ ਹੈ ਇਸ ਜਲਵਾਯੂ ਦੇ ਬਦਲਾਅ ਦੇ ਸੈਲਾਬ ਵਜੋਂ। ਵੇਖੋ ਜੀ, ਕਹਾਣੀ ਅਸੀਂ ਦਿੱਤੀ ਸੀ ਸੁਣਾ ਕਿ ਸਾਡੇ ਆਧੁਨਿਕ ਵਿਕਾਸ ਦੇ ਮਾਡਲ ਕਾਰਨ ਅਸੀਂ ਵੱਢ ਦਿੱਤੇ ਵਣ ਤੇ ਉਸਾਰ ਦਿੱਤੇ ਕੰਕਰੀਟ ਦੇ ਜੰਗਲ। ਸੁਣ ਲਈ ਸੀ ਕਹਾਣੀ ਧਰਤੀ ਦੇ 5 ਮੰਡਲਾਂ ਦੀ, ਜਲ ਮੰਡਲ, ਥਲ ਮੰਡਲ, ਵਾਯੂ ਮੰਡਲ, ਜੈਵ ਮੰਡਲ ਤੇ ਹਿਮ ਮੰਡਲ ਦੀ। ਸੁਣਾਈ ਸੀ ਕਹਾਣੀ ਕਿ ਕੀ ਹੈ ਰਿਸ਼ਤਾ ਇਹਨਾਂ ਮੰਡਲਾਂ ਦਾ। ਦੱਸ ਦਿੱਤਾ ਸੀ ਇਹ ਸੱਚ ਵੀ ਕਿ ਜੈਵ ਮੰਡਲ ਵਸਦਾ ਹੈ ਜਲ, ਥਲ ਤੇ ਵਾਯੂ ਮੰਡਲ ਦੇ ਸੁਮੇਲ ਤੇ। ਅੱਜ ਦੀ ਇਸ ਕੜੀ 'ਚ ਸੁਣਾਂਗੇ ਅਸੀਂ ਕਹਾਣੀ ਕਿ ਕਿਹੜੀਆਂ-ਕਿਹੜੀਆਂ ਤੇ ਕਿੱਥੇ-ਕਿੱਥੇ ਨੇ ਭਿੰਨਤਾਵਾਂ ਧਰਤੀ ਦੀ ਜਲਵਾਯੂ ਪ੍ਰਣਾਲੀ 'ਚ। ਲਓ ਫਿਰ ਸੁਣਦੇ ਹਾਂ ਬਦਲਦਾ ਜਲਵਾਯੂ ਦੀ ਚੌਥੀ ਕੜੀ, ਧਰਤ ਦੀ ਜਲਵਾਯੂ ਪ੍ਰਣਾਲੀ 'ਚ ਭਿੰਨਤਾਵਾਂ। ਤੇ ਧਿਆਨ ਨਾਲ ਸੁਣਨਾ ਸਾਡੀ ਅੱਜ ਦੀ ਇਸ ਕੜੀ ਨੂੰ, ਕਿਉਂਕਿ ਇਸ ਕੜੀ ਦੇ ਅੰਤ 'ਚ ਅਸੀਂ ਤੁਹਾਨੂੰ ਪੁੱਛਾਂਗੇ ਕੁਝ ਸਵਾਲ ਜਿਨ੍ਹਾਂ ਦੇ ਸਹੀ ਜਵਾਬ ਦੇ ਕੇ ਤੁਸੀਂ ਜਿੱਤ ਸਕਦੇ ਹੋ ਇਨਾਮ। ਸੋ ਧਿਆਨ ਨਾਲ ਸੁਣਨਾ ਸਾਡੀ ਅੱਜ ਦੀ ਕੜੀ, ਧਰਤ ਦੀ ਜਲਵਾਯੂ ਪ੍ਰਣਾਲੀ 'ਚ ਭਿੰਨਤਾਵਾਂ। ਜੇਤੂਆਂ ਦੇ ਨਾਂ ਅਸੀਂ ਆਉਣ ਵਾਲੀਆਂ ਕੜੀਆਂ 'ਚ ਪ੍ਰਸਾਰਿਤ ਕਰਾਂਗੇ। कैसन बनी दिलोरी बिन चटनी, कैसे बनी रे बोला कैसे बनी दिलोरी बिन चटनी, कैसे बनी। हसना ਇਹ ਚੰਗੀ ਗੱਲ ਨਹੀਂ। ਮੰਮੀ ਇਹ ਕੀ ਗਾ ਰਹੇ ਨੇ? ਮੈਨੂੰ ਤਾਂ ਠੀਕ ਤਰ੍ਹਾਂ ਸਮਝ ਵੀ ਨਹੀਂ ਆ ਰਿਹਾ। ਕੀ ਹੋਇਆ ਬੇਟੀ, ਤੂੰ ਮੇਰੇ ਤੇ ਹੱਸ ਰਹੀ ਆ? ਨਹੀਂ ਭਾਈ, ਨਹੀਂ, ਬਿਲਕੁਲ ਨਹੀਂ। ਅੰਕਲ ਤੁਸੀਂ ਕੀ ਗਾ ਰਹੇ ਹੋ? ਕੁਝ ਨਹੀਂ ਬੇਟਾ, ਮੈਂ ਤੇ ਇਸ ਇਲਾਕੇ ਦਾ ਲੋਕ ਗੀਤ ਗਾ ਰਿਹਾ ਸੀ। ਪਾਪਾ ਤੁਸੀਂ ਇਹ ਸ਼ਾਲ ਲੈ ਲਓ, ਠੰਡ ਵੱਧ ਰਹੀ ਹੈ। ਹਾਂਜੀ ਮੰਮਾ, ਮੈਨੂੰ ਵੀ ਠੰਡ ਲੱਗ ਰਹੀ ਹੈ। ਉਹ ਭਾਈ ਤੁਸੀਂ ਵੀ ਸਵੈਟਰ ਸਵੂਟਰ ਪਾ ਲਓ, ਨਾਲੇ ਆ ਗਰਮ ਕੱਪੜੇ ਤਾਂ ਇੱਥੇ ਹੀ ਪਏ ਆ। ਹੁਣ ਜਿਵੇਂ ਜਿਵੇਂ ਅਸੀਂ ਪਹਾੜੀ ਤੇ ਜਾਵਾਂਗੇ ਉਵੇਂ ਉਵੇਂ ਠੰਡ ਵੱਧਦੀ ਜਾਣੀ ਹੈ। ਵੈਸੇ ਦਾਦਾ ਜੀ ਇਹ ਕਿੰਨੀ ਅਜੀਬ ਗੱਲ ਹੈ ਨਾ। ਉਹ ਕੀ ਬੇਟੇ? ਵੀਰਾ ਤਾਂ ਏਸੀ 'ਚ ਬੈਠਾ ਟੀਵੀ ਦੇਖ ਰਿਹਾ ਹੋਏਗਾ ਤੇ ਅਸੀਂ ਇੱਥੇ ਗਰਮ ਕੱਪੜੇ ਪਾ ਰਹੇ ਹਾਂ। ਮੈਨੂੰ ਪਤਾ ਹੈ ਕਿ ਨੈਨੀਤਾਲ ਇੱਕ ਪਹਾੜੀ ਜਗ੍ਹਾ ਹੈ ਤੇ ਇੱਥੇ ਠੰਡ ਹੈ, ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਮੈਂ ਤੇ ਵੀਰਾ ਇੱਕ ਹੀ ਦੇਸ਼ 'ਚ ਹਾਂ ਤੇ ਬਸ ਕੋਈ 300 ਕਿਲੋਮੀਟਰ ਦੀ ਦੂਰੀ ਤੇ ਫੇਰ ਵੀ ਇੰਨਾ ਫਰਕ ਕਿਵੇਂ? ਇਹ ਕਿਹੋ ਜਿਹਾ ਮਜ਼ਾਕ ਹੈ? ਤੈਨੂੰ ਤਾਂ ਸਭ ਕੁਝ ਮਜ਼ਾਕ ਹੀ ਲੱਗਦਾ। ਆਰਾਮ ਨਾਲ ਬੈਠ ਜਾ ਹੁਣ। ਚੱਲ ਦਾਦਾ ਜੀ ਨਾਲ ਸ਼ਾਲ 'ਚ ਬੈਠ। ਹਾਂ ਇੱਧਰ ਆ ਜਾ ਬੇਟਾ। ਉਹ ਸ਼ਾਬਾਸ਼, ਆ ਲੈ। ਅੰਕਲ ਤੁਸੀਂ ਵੀ ਕੁਝ ਗਰਮ ਕੱਪੜੇ ਪਾ ਲਓ। ਮੇਰੀ ਚਿੰਤਾ ਨਾ ਕਰ ਬੇਟਾ, ਮੈਨੂੰ ਤਾਂ ਇਸ ਮੌਸਮ ਦੀ ਆਦਤ ਹੈ। ਮੈਨੂੰ ਇੱਥੇ ਰਹਿੰਦੇ ਹੋਏ ਤੇ ਟੈਕਸੀ ਚਲਾਉਂਦੇ ਹੋਏ 10 ਸਾਲ ਤੋਂ ਵੀ ਜ਼ਿਆਦਾ ਹੋ ਗਏ ਨੇ। ਮੈਨੂੰ ਇੰਨੀ ਠੰਡ ਨਹੀਂ ਲੱਗਦੀ। ਹਾਂ, ਨੈਨੀਤਾਲ ਜਾ ਕੇ ਮੈਨੂੰ ਵੀ ਗਰਮ ਕੱਪੜਿਆਂ ਦੀ ਜ਼ਰੂਰਤ ਪਏਗੀ। ਐਦਾਂ ਕਿਵੇਂ ਹੋ ਸਕਦਾ ਹੈ ਕਿ ਸਾਨੂੰ ਠੰਡ ਲੱਗ ਰਹੀ ਹੈ ਤੇ ਤੁਹਾਨੂੰ ਨਹੀਂ? ਇਹ ਤਾਂ ਜਾਦੂ ਹੈ। ਕੋਈ ਜਾਦੂ ਨਹੀਂ, ਅਸੀਂ ਇੱਥੇ ਰਹਿੰਦੇ ਹਾਂ, ਸਾਨੂੰ ਇਸ ਥਾਂ ਦੀ ਆਦਤ ਪੈ ਗਈ ਆ। ਸਾਡੇ ਲਈ ਗਰਮ ਥਾਵਾਂ 'ਤੇ ਰਹਿਣਾ ਮੁਸ਼ਕਲ ਹੁੰਦਾ ਹੈ, ਠੰਡੀ ਥਾਂ ਸਾਨੂੰ ਚੰਗੀ ਲੱਗਦੀ ਹੈ ਤੇ ਤੁਹਾਡੇ ਨਾਲ ਬਿਲਕੁਲ ਉਲਟ ਹੁੰਦਾ ਹੈ। ਅੱਛਾ ਲਕਸ਼ਮਣ,
ਇਹ ਰਸਤੇ 'ਚ ਕਿਤੇ ਚਾਹ ਦੀ ਦੁਕਾਨ ਆਏ ਨਾ ਜਦੋਂ ਤੇ ਰੋਕ ਲੈ। ਠੰਡ 'ਚ ਚਾਹ ਦਾ ਮਜ਼ਾ ਹੀ ਆਪਣਾ ਹੁੰਦਾ, ਅਲੱਗ ਹੀ ਹੁੰਦਾ। ਹਾਂ ਸਾਹਿਬ ਜੀ, ਬਸ ਮੈਂ ਇਹੀ ਸੋਚ ਰਿਹਾ ਸੀ ਕਿ ਤੁਹਾਨੂੰ ਆਪਣੇ ਦੋਸਤ ਦੀ ਚਾਹ ਦੀ ਦੁਕਾਨ ਤੇ ਲੈ ਕੇ ਜਾਵਾਂਗਾ। ਬਹੁਤ ਹੀ ਵਧੀਆ ਚਾਹ ਬਣਾਉਂਦਾ ਹੈ। ਉਹਦੀ ਚਾਹ ਦੀ ਦੁਕਾਨ ਤੇ ਉੱਥੋਂ ਦਾ ਨਜ਼ਾਰਾ ਬਹੁਤ ਹੀ ਚੰਗਾ ਹੈ। ਲਓ ਜੀ ਆ ਗਏ, ਲਓ ਜੀ। ਚਲੋ ਕਿਵੇਂ ਆ ਰਾਘਵ? ਦੇਖ ਮੈਂ ਫਿਰ ਆ ਗਿਆ। ਓ ਲਕਸ਼ਮਣ, ਕਿਵੇਂ ਆ? ਬਹੁਤ ਦਿਨਾਂ ਬਾਅਦ ਆਇਆ ਬਈ। ਉਹ ਸੱਚ ਤੇਰੀ ਭੈਣ ਦਾ ਵਿਆਹ ਕਿਵੇਂ ਰਿਹਾ? ਸਭ ਕੁਝ ਠੀਕ ਠਾਕ ਹੋ ਗਿਆ। ਉਹ ਆਪਣੇ ਘਰ ਬਹੁਤ ਖੁਸ਼ ਆ। ਹੋਰ ਕੀ ਚਾਹੀਦਾ ਵੀਰੇ? ਲਕਸ਼ਮਣ, ਇਹਨੂੰ ਵਧੀਆ ਚਾਹ ਬਣਾਉਣ ਲਈ ਕਹਿ, ਮੇਰੇ ਸਿਰ 'ਚ ਦਰਦ ਹੋ ਰਿਹਾ ਯਾਰ। ਸਾਹਿਬ ਜੀ, ਤੁਸੀਂ ਇੱਥੇ ਬੈਠੋ, ਮੈਂ ਤੁਹਾਡੇ ਲਈ ਚਾਹ ਲੈ ਕੇ ਆਉਣਾ। ਮੈਡਮ ਜੀ, ਤੁਸੀਂ ਵੀ ਚਾਹ ਪੀਓਗੇ? ਹਾਂਜੀ, ਤੇ ਨਾ ਮਨਜੀਤ ਲਈ ਇੱਕ ਗਲਾਸ ਗਰਮ ਦੁੱਧ ਵੀ ਲੈ ਲੈਣਾ। ਮੰਮੀ, ਕੀ ਮੈਂ ਚਾਹ ਪੀ ਸਕਦੀ ਹਾਂ? ਹਾਂ ਪੁੱਤਰ, ਪੀ ਸਕਦੀ ਹੈ, ਪਰ ਤੈਨੂੰ ਤਾਂ ਦੁੱਧ ਹੀ ਪੀਣਾ ਚਾਹੀਦਾ। ਤੇਰੇ ਲਈ ਉਹੀ ਹੀ ਚੰਗਾ। ਤੇਰੇ ਮੰਮੀ ਠੀਕ ਕਹਿ ਰਹੇ ਆ, ਤੈਨੂੰ ਚਾਹ ਪੀਣ ਦੀ ਆਦਤ ਤਾਂ ਹੈ ਨਹੀਂ ਹੈ, ਤੇ ਅਸੀਂ ਅਜੇ ਅੱਗੇ ਵੀ ਜਾਣਾ। ਘੱਟੋ ਘੱਟ 2 ਘੰਟੇ ਹੋਰ ਲੱਗਣਗੇ ਨੈਨੀਤਾਲ ਪਹੁੰਚਣ 'ਚ। ਉੱਥੇ ਸੁਨੀਲ ਵਿਚਾਰਾ ਸਾਡੀ ਉਡੀਕ ਕਰ ਰਿਹਾ ਹੋਊਗਾ। ਠੀਕ ਹੈ ਦਾਦਾ ਜੀ, ਮੈਂ ਦੁੱਧ ਪੀ ਲੈਂਦੀ ਹਾਂ। ਪਰ ਅਸੀਂ ਸੁਨੀਲ ਅੰਕਲ ਦੇ ਘਰ ਕਿਉਂ ਜਾ ਰਹੇ ਹਾਂ? ਕਿਉਂਕਿ ਸੁਨੀਲ ਅੰਕਲ ਤੇਰੇ ਪਾਪਾ ਦੇ ਦੋਸਤ ਨੇ। ਉਹਨਾਂ ਨੇ ਤੇਰੇ ਪਾਪਾ ਨੂੰ ਕਿਹਾ ਸੀ ਕਿ ਅਸੀਂ ਉਹਨਾਂ ਦੇ ਘਰ ਹੀ ਠਹਿਰੀਏ। ਤੇ ਹਾਂ, ਤੈਨੂੰ ਇਹ ਗਰਮੀ ਤੇ ਠੰਡ ਦਾ ਫੰਡਾ ਬਹੁਤ ਮਜ਼ੇਦਾਰ ਲੱਗ ਰਿਹਾ ਸੀ ਨਾ। ਹੁਣ ਸੁਨੀਲ ਹੀ ਤੈਨੂੰ ਇਸ ਬਾਰੇ ਚੰਗੀ ਤਰ੍ਹਾਂ ਸਮਝਾਉਣਗੇ। ਉਹ ਕਿਵੇਂ? ਕਿਉਂਕਿ ਸੁਨੀਲ ਇੱਕ ਮੌਸਮ ਵਿਗਿਆਨੀ ਹੈ। ਪਰ ਹੁਣ ਕੋਈ ਸਵਾਲ ਨਹੀਂ, ਬਸ ਸਬਰ ਨਾਲ ਉਡੀਕ ਕਰ ਨੈਨੀਤਾਲ ਪਹੁੰਚਣ ਦੀ। ਨਮਸਤੇ ਸਾਹਿਬ ਜੀ। ਨਮਸਤੇ ਜੀ। ਇਹ ਲੋ ਜੀ ਤੁਹਾਡੀ ਚਾਹ। ਅੱਛਾ, ਲਿਆਓ ਲਿਆਓ। ਇਸ ਇਲਾਕੇ 'ਚ ਇਸ ਤੋਂ ਚੰਗੀ ਚਾਹ ਨਹੀਂ ਤੁਹਾਨੂੰ ਕਿਤੋਂ ਮਿਲਣੀ। ਪੀ ਕੇ ਦੇਖੋ। ਹਾਂ ਹਾਂ, ਕਿਉਂ ਨਹੀਂ, ਕਿਉਂ ਨਹੀਂ। ਵਾਹ 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 ਵਾਹ, ਬਹੁਤ ਵਧੀਆ ਵੀ, ਬਹੁਤ ਸਵਾਦ ਹੈ, ਬਹੁਤ ਸਵਾਦ। ਵੈਸੇ ਤੁਸੀਂ ਇੱਥੇ ਕਦੋਂ ਤੋਂ? ਮੈਂ ਤਾਂ ਬਚਪਨ ਤੋਂ ਹੀ ਇੱਥੇ ਆ ਸਾਹਿਬ। ਇਹੀ ਸਭ ਕੁਝ ਦੇਖਿਆ। ਜਦੋਂ 8 ਸਾਲ ਦਾ ਸੀ ਉਦੋਂ ਤੋਂ ਹੀ ਪਿਤਾ ਜੀ ਨਾਲ ਲੋਕਾਂ ਨੂੰ ਚਾਹ ਪਿਲਾਉਂਦਾ ਸੀ। ਮੈਂ ਚਾਹ ਬਣਾਉਣੀ ਉਹਨਾਂ ਤੋਂ ਹੀ ਸਿੱਖੀ ਹੈ ਸਾਹਿਬ ਜੀ। ਹਾਂ, ਬਹੁਤ ਚੰਗੀ ਚਾਹ ਬਣਾਈ। ਬੜੀ ਅਜੀਬ ਗੱਲ ਹੈ। ਇੱਕ ਥਾਂ ਤੇ ਇੰਨੀ ਗਰਮੀ ਕਿ ਏਸੀ 'ਚ ਬੈਠੋ, ਤੇ ਦੂਜੀ ਥਾਂ ਤੇ ਇੰਨੀ ਸਰਦੀ ਕਿ ਗਰਮ ਕੱਪੜੇ ਪਾਓ। ਜਦੋਂ ਮੈਂ ਘਰ ਤੋਂ ਨਿਕਲੀ ਸੀ ਤਾਂ ਮੈਂ ਟੀ-ਸ਼ਰਟ ਪੈਂਟ ਪਾਈ ਸੀ, ਤੇ ਹੁਣ ਇਹ ਸਵੈਟਰ, ਜੁਰਾਬਾਂ, ਟੋਪੀ ਤੇ ਦਾਦਾ ਜੀ ਦੀ ਸ਼ਾਲ ਵੀ। ਬੇਟੇ, ਇਹ ਸਭ ਧਰਤੀ ਦੇ ਜਲਵਾਯੂ ਖੇਤਰਾਂ ਤੇ ਨਿਰਭਰ ਕਰਦਾ ਹੈ। ਬੇਟੇ, ਇਸ ਜੰਨਤ ਦੀ ਸਿਰਜਣਾ 'ਚ ਕੁਦਰਤ ਦੀ ਤੇ ਵਿਗਿਆਨ ਦੀ ਬਹੁਤ ਅਹਿਮ ਭੂਮਿਕਾ। ਕੁਦਰਤ 'ਚ ਪਾਈ ਜਾਂਦੀ ਸਜੀਵ ਤੇ ਨਿਰਜੀਵ ਵੰਨ-ਸੁਵੰਨਤਾ ਇਸ ਜੰਨਤ ਨੂੰ ਹੋਰ ਸੋਹਣਾ ਬਣਾਉਂਦੀ ਹੈ। ਸਾਡੇ ਸਕੂਲ 'ਚ ਧਰਤੀ ਤੇ ਇੱਕ ਨਾਟਕ ਹੋਇਆ ਸੀ, ਯਾਦ ਹੈ ਮੰਮੀ ਤੁਹਾਨੂੰ? ਹਾਂ, ਯਾਦ ਹੈ। ਮੈਂ ਵੀ ਉਸ 'ਚ ਪਾਤਰ ਸੀ। ਮੈਂ ਨਾਟਕ 'ਚ ਧਰਤੀ ਬਣੀ ਸੀ। ਮੇਰੀਆਂ ਲਾਈਨਾਂ ਸੀ, ਕੀ ਤੁਸੀਂ ਜਾਣਦੇ ਹੋ ਮੈਂ ਕੌਣ ਹਾਂ? ਮੈਂ ਹਾਂ ਧਰਤੀ। ਮੈਂ ਤੁਹਾਡੇ ਨਾਲ ਕੁਝ ਇਹੋ ਜਿਹੀਆਂ ਚੀਜ਼ਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਦੀ ਮੈਨੂੰ ਚਿੰਤਾ ਹੁੰਦੀ ਹੈ, ਤੇ ਤੁਹਾਨੂੰ ਵੀ ਇਹਨਾਂ ਚੀਜ਼ਾਂ ਬਾਰੇ ਪਰੇਸ਼ਾਨ ਹੋਣਾ ਚਾਹੀਦਾ ਹੈ। ਹਰ ਕੋਈ ਮੌਸਮ ਦੇ ਬਾਰੇ ਗੱਲ ਕਰਦਾ ਹੈ, ਜਿਵੇਂ ਕਿ ਅੱਜ ਦਾ ਮੌਸਮ ਕਿਵੇਂ ਹੋਏਗਾ ਤੇ ਆਉਣ ਵਾਲਾ ਦਿਨ ਕਿਵੇਂ ਦਾ ਹੋਏਗਾ। ਮੌਸਮ ਸਾਡੇ ਜੀਵਨ 'ਚ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਅਸੀਂ ਸਕੂਲ ਜਾ ਰਹੇ ਹਾਂ ਜਾਂ ਅਸੀਂ ਬਾਹਰ ਖੇਡਣ ਜਾ ਰਹੇ ਹਾਂ ਤਾਂ ਮੌਸਮ ਸਾਨੂੰ ਪ੍ਰਭਾਵਿਤ ਕਰਦਾ ਹੈ, ਤੇ ਇਹ ਸਾਡੇ ਗ੍ਰਹਿ ਤੇ ਸਾਰੀਆਂ ਜਿਉਂਦੀਆਂ ਚੀਜ਼ਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ, ਨਾਲ ਹੀ ਨਾਲ ਪੌਦਿਆਂ ਨੂੰ ਵੀ। ਬਹੁਤ ਅੱਛੇ, ਸ਼ਾਬਾਸ਼ ਅਜੇ ਸ਼ਾਬਾਸ਼। ਖਤਮ ਨਹੀਂ ਹੋਇਆ, ਅੱਛਾ। ਮੈਨੂੰ ਪੂਰਾ ਤਾਂ ਕਰਨ ਦਿਓ। ਕਰੋ ਕਰੋ ਪੁੱਤਰ। ਕਦੇ ਕਦੇ ਮੈਂ ਗਰਮ ਹੋ ਜਾਂਦੀ ਹਾਂ, ਬਹੁਤ ਗਰਮ। ਇਹ ਜਲਵਾਯੂ ਪਰਿਵਰਤਨ ਦੇ ਕਾਰਨ ਹੈ। ਇਹ ਕੁਝ ਇਹੋ ਜਿਹਾ ਹੈ ਜਿਹੜਾ ਬਹੁਤਾ ਮਨੁੱਖ ਦੇ ਕਾਰਨ ਹੈ। ਹਰ ਵਾਰ ਜਦੋਂ ਤੁਸੀਂ ਲਾਈਟ ਜਾਂ ਕੰਪਿਊਟਰ ਜਾਂ ਮਾਈਕ੍ਰੋਵੇਵ ਜਾਂ ਇੱਥੋਂ ਤੱਕ ਕਿ ਇੱਕ ਸ਼ਾਵਰ ਵੀ ਚਾਲੂ ਕਰਦੇ ਹੋ ਤਾਂ ਤੁਸੀਂ ਊਰਜਾ ਵਰਤ ਰਹੇ ਹੁੰਦੇ ਹੋ। ਮੈਨੂੰ ਲੱਗਦਾ ਅੱਗੋਂ ਭੁੱਲ ਗਈ ਹੈ। ਹਾਂਜੀ ਮੰਮੀ। ਕੋਈ ਗੱਲ ਨਹੀਂ ਪੁੱਤਰ, ਕੋਈ ਗੱਲ ਨਹੀਂ। ਤੂੰ ਜਿੰਨਾ ਬੋਲਿਆ ਨਾ, ਬਹੁਤ ਚੰਗਾ ਬੋਲਿਆ। ਬਹੁਤ ਵਧੀਆ ਬੇਟੀ, ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਹੁਣ ਨਾ ਸਾਨੂੰ ਚੱਲਣਾ ਚਾਹੀਦਾ ਹੈ। ਸੂਰਜ ਢਲਣ ਤੋਂ ਪਹਿਲਾਂ ਸਾਨੂੰ ਨੈਨੀਤਾਲ ਪਹੁੰਚ ਜਾਣਾ ਚਾਹੀਦਾ ਹੈ। ਹਾਂ, ਨਾਲੇ ਰਸਤੇ 'ਚ ਆਪਾਂ ਉਹ ਜਿਹੜਾ ਸਨਸੈਟ ਹੈ, ਸੂਰਜ ਢਲਣ ਦਾ ਨਜ਼ਾਰਾ ਵੀ ਤਾਂ ਵੇਖਣਾ ਹੈ ਨਾ। ਇਹ ਬਹੁਤ ਵਧੀਆ ਲੱਗਦਾ ਹੁੰਦਾ। ਮੈਂ ਵੀ ਵੇਖਣਾ ਹੈ
ਇਸੇ ਲਈ ਤਾਂ ਮੈਂ ਇੱਥੇ ਆਈ ਹਾਂ। ਚਲੋ ਸਾਹਿਬ ਜੀ, ਹੁਣ ਆਪਾਂ ਚੱਲਦੇ ਹਾਂ। ਚੰਗਾ ਬੇ ਰਘੂ, ਫਿਰ ਮੁਲਾਕਾਤ ਹੋਵੇਗੀ। ਤੇਰੀ ਚਾਹ ਬਹੁਤ ਚੰਗੀ ਸੀ। ਸ਼ਾਬਾਸ਼ ਕਰ ਲੱਗ। ਆਓ ਆਓ, ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਤਾਂ ਤੁਹਾਡੀ ਹੀ ਉਡੀਕ ਕਰ ਰਿਹਾ ਸੀ। ਦਰਅਸਲ ਅਸੀਂ ਸੂਰਜ ਵੇਖਣ, ਮੇਰਾ ਮਤਲਬ ਹੈ ਸਨਸੈਟ ਦੇਖਣ ਲਈ ਨਾ ਰਸਤੇ 'ਚ ਰੁਕ ਗਏ ਸੀ। ਚੰਗਾ ਕੀਤਾ। ਹੈਲੋ ਮਨਜੀਤ। ਨਮਸਤੇ ਅੰਕਲ। ਨਮਸਤੇ ਨਮਸਤੇ। ਕਿਵੇਂ ਹੋ ਭਾਬੀ ਜੀ? ਮੈਂ ਬਸ ਠੀਕ। ਮਾਂ ਤਾਂ ਹਮੇਸ਼ਾ ਹੀ ਚੰਗੀ ਹੁੰਦੀ ਆ ਅੰਕਲ। ਚੁੱਪ ਕਰ ਮਨਜੀਤ, ਬਹੁਤ ਬੋਲਦੀ ਹੈ ਤੂੰ। ਉਹ ਕੋਈ ਗੱਲ ਨਹੀਂ ਭਾਬੀ ਜੀ, ਉਹਨੂੰ ਵੀ ਹੱਸ ਖੇਡ ਲੈਣ ਦਿਓ। ਅੰਕਲ, ਮੰਮੀ ਕਹਿ ਰਹੇ ਸੀ ਤੁਸੀਂ ਮੌਸਮ ਵਿਗਿਆਨੀ ਹੋ, ਤਾਂ ਤੁਸੀਂ ਕੀ ਕਰਦੇ ਹੋ? ਮੈਂ ਮੌਸਮ ਬਾਰੇ ਪੜ੍ਹਦਾ ਲਿਖਦਾ, ਖੋਜ ਕਰਦਾ ਤੇ ਵਿਗਿਆਨ ਦੇ ਆਧਾਰ ਤੇ ਮੌਸਮ ਬਾਰੇ ਜਾਣਦਾ ਸਮਝਦਾ। ਵਾਹ। ਮੌਸਮ ਬਾਰੇ ਨਿਰੀਖਣ ਕਰਨ ਜਾਂ ਭਵਿੱਖਬਾਣੀ ਕਰਨ ਦੇ ਲਈ ਵਿਗਿਆਨਿਕ ਸਿਧਾਂਤਾਂ ਦੀ ਵਰਤੋਂ ਵੀ ਕਰਦਾ ਤੇ ਨਾਲ ਹੀ ਵਾਯੂਮੰਡਲ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਕਿ ਉਹ ਧਰਤੀ ਤੇ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦਾ। ਕਮਾਲ ਹੈ। ਮਨਜੀਤ, ਹੁਣ ਥੋੜੀ ਦੇਰ ਆਰਾਮ ਕਰ ਲੈ ਪੁੱਤਰ, ਫਿਰ ਤੂੰ ਸੁਨੀਲ ਅੰਕਲ ਤੋਂ ਜਿੰਨੇ ਮਰਜ਼ੀ ਸਵਾਲ ਪੁੱਛਣਾ। ਬਹੁਤ ਸਾਰੀਆਂ ਗੱਲਾਂ ਕਰੀਓ ਫਿਰ ਹੈਂ। ਬਿਲਕੁਲ। ਆਓ ਅੰਕਲ, ਤੁਸੀਂ ਇਸ ਪਾਸੇ ਆਓ। ਇੱਥੇ ਬੈਠੋ, ਇੱਥੇ ਆਰਾਮ ਕਰੋ ਤੁਸੀਂ। ਹਾਂ, ਥੈਂਕ ਯੂ ਬੇਟੇ, ਥੈਂਕ ਯੂ। ਸੁਨੀਲ, ਤੁਹਾਡਾ ਘਰ ਬਹੁਤ ਸੋਹਣਾ ਹੈ। ਓ ਸ਼ੁਕਰੀਆ ਭਾਬੀ ਜੀ। ਰਕੇਸ਼ ਕਦੋਂ ਤੱਕ ਆ ਰਿਹਾ? ਹੋ ਸਕਦਾ ਹੈ ਕਿ ਕੱਲ ਸ਼ਾਮ ਤੱਕ ਆਉਣ, ਜਾਂ ਫਿਰ ਹੋ ਸਕਦਾ ਹੈ ਕਿ ਨਾ ਹੀ ਆਉਣ। ਉਹਨਾਂ ਦੇ ਕੰਮ ਤੇ ਨਿਰਭਰ ਕਰਦਾ ਹੈ। ਓ ਮਨਜੀਤ ਨੇ ਜ਼ਿੱਦ ਕੀਤੀ ਤਾਂ ਹਾਂ ਅਸੀਂ ਇੱਥੇ ਆ ਗਏ। ਇਹਦੀਆਂ ਛੁੱਟੀਆਂ ਚੱਲ ਰਹੀਆਂ ਨੇ ਤੇ ਤੁਹਾਨੂੰ ਤਾਂ ਪਤਾ ਹੀ ਹੈ ਕਿ ਬੱਚਿਆਂ ਨੂੰ ਤਾਂ ਬਸ ਘੁੰਮਣ ਨੂੰ ਹੀ ਚਾਹੀਦਾ ਹੈ। ਮੰਮੀ, ਹੁਣ ਮੈਨੂੰ ਭੁੱਖ ਲੱਗ ਰਹੀ ਹੈ। ਡਿਨਰ ਵੀ ਤਿਆਰ ਹੈ, ਆਓ ਪਹਿਲੇ ਖਾਣਾ ਖਾਂਦੇ ਹਾਂ। ਸ਼ਾਮ ਦੇ 7 ਵਜੇ ਹੀ ਡਿਨਰ? ਮੈਨੂੰ ਤਾਂ ਬਸ ਚਾਕਲੇਟ ਤੇ ਮਿਲਕ ਸ਼ੇਕ ਚਾਹੀਦਾ ਹੈ। ਮੈਂ ਤਾਂ ਸ਼ਾਮ ਨੂੰ ਖੇਡ ਕੇ ਆਉਣੀ ਆ ਤਾਂ ਇਹੀ ਖਾਂਦੀ ਆ। ਪਰ ਬੇਟਾ, ਇੱਥੇ ਤਾਂ ਅਸੀਂ ਸ਼ਾਮ 7 ਵਜੇ ਖਾਣਾ ਖਾ ਲੈਂਦੇ ਹਾਂ। ਬੇਟੇ, ਇੱਥੋਂ ਦਾ ਰਹਿਣ ਸਹਿਣ ਅਲੱਗ ਹੈ। ਜਿੱਦਾਂ ਅੰਕਲ ਕਹਿ ਰਹੇ ਨੇ ਨਾ, ਉਦਾਂ ਹੀ ਕਰੋ। ਉਹ ਕੋਈ ਗੱਲ ਨਹੀਂ ਭਾਬੀ ਜੀ। ਮਨਜੀਤ ਬੇਟਾ, ਇੱਧਰ ਆ। ਹਾਂਜੀ। ਦੇਖੋ, ਅਸੀਂ ਇਸ ਸਮੇਂ ਬਹੁਤ ਉਚਾਈ ਤੇ ਹਾਂ ਤੇ ਇੱਥੇ ਸੂਰਜ ਜਲਦੀ ਡੁੱਬਦਾ ਹੈ ਤੇ ਸਵੇਰੇ ਜਲਦੀ ਨਿਕਲਦਾ ਹੈ। ਮਤਲਬ ਇੱਥੇ ਸ਼ਾਮ ਵੀ ਜਲਦੀ ਹੁੰਦੀ ਹੈ ਤੇ ਸਵੇਰ ਵੀ। ਤਾਂ ਅਸੀਂ ਆਪਣੀ ਆਦਤ ਨੂੰ ਉਸੇ ਹਿਸਾਬ 'ਚ ਢਾਲ ਲਿਆ। ਓਕੇ, ਤਾਂ ਤੁਸੀਂ ਚਾਹੁੰਦੇ ਹੋ ਮੈਂ 8 ਵਜੇ ਸੌਂ ਵੀ ਜਾਵਾਂ? ਬਿਲਕੁਲ ਵੀ ਨਹੀਂ, ਤੂੰ ਜਦੋਂ ਤੱਕ ਚਾਹੇ ਜਾਗ ਸਕਦੀ ਹੈ, ਪਰ ਹੁਣ ਖਾਣਾ ਖਾ ਲੈਂਦੇ ਹਾਂ। ਆ ਜਾਓ ਵੀ ਸਾਰੇ, ਖਾਣਾ ਲਗਾ ਦਿੱਤਾ ਹੈ। ਮਨਜੀਤ, ਜਾ ਬੇਟਾ, ਦਾਦਾ ਜੀ ਨੂੰ ਬੁਲਾ ਕੇ ਲਿਆ। ਠੀਕ ਹੈ ਮੰਮੀ। ਇਹ ਤਾਂ ਸਵਾਲ ਪੁੱਛ ਕੇ ਸਾਡਾ ਸਿਰ ਖਾ ਜਾਂਦੀ ਹੈ ਤੇ ਅੱਜ ਤੁਹਾਡੀ ਵਾਰੀ ਹੈ। ਉਹਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਨੇ ਤੇ ਜਦੋਂ ਤੋਂ ਮੈਂ ਉਹਨੂੰ ਦੱਸਿਆ ਕਿ ਤੁਸੀਂ ਮੌਸਮ ਵਿਗਿਆਨੀ ਹੋ, ਉਦੋਂ ਤੋਂ ਤਾਂ ਹੋਰ ਵੀ ਐਕਸਾਈਟਿਡ ਹੋ ਗਈ ਹੈ। ਇਹ ਤਾਂ ਬਹੁਤ ਚੰਗੀ ਗੱਲ ਹੈ ਭਾਬੀ ਜੀ, ਉਸ ਦੇ ਸਾਰੇ ਸਵਾਲਾਂ ਦਾ ਜਵਾਬ ਜ਼ਰੂਰ ਮਿਲੇਗਾ। ਸ਼ੁਕਰ ਹੈ ਅਸੀਂ ਸਹੀ ਸਲਾਮਤ ਪਹੁੰਚ ਗਏ। ਕੀ ਗੱਲ ਹੋ ਗਈ ਪਾਪਾ? ਨਹੀਂ, ਕੁਝ ਨਹੀਂ, ਮੈਂ ਸੋਚ ਰਿਹਾ ਸੀਗਾ ਕਿ ਰਕੇਸ਼ ਵੀ ਕੱਲ ਠੀਕ ਤਰ੍ਹਾਂ ਹੀ ਪਹੁੰਚ ਜਾਏ। ਇੱਥੇ ਧਰਤੀ ਖਿਸਕਣਾ ਤਾਂ ਆਮ ਗੱਲ ਹੈ, ਕਦੀ ਵੀ ਕਿਤੇ ਵੀ ਹੋ ਜਾਂਦੀ ਹੈ। ਦਰਅਸਲ ਮੈਂ ਸੋਚ ਰਿਹਾ ਕਿ ਖਾਣਾ ਖਾ ਕੇ ਜਲਦੀ ਸੌਂ ਜਾ, ਕਿਉਂਕਿ ਮੈਂ ਥੱਕ ਗਿਆ ਲੱਗਦਾ। ਕਿਉਂ, ਤੂੰ ਆ ਰਹੀ ਹੈ ਨਾ ਪੁੱਤਰ ਖਾਣਾ ਖਾਣ ਤੋਂ ਬਾਅਦ? ਨਹੀਂ ਦਾਦਾ ਜੀ, ਮੈਂ ਅੰਕਲ ਨਾਲ ਹੀ ਬੈਠਾਂਗੀ। ਅੱਛਾ ਚੱਲ ਠੀਕ। ਤੇ ਮੈਂ ਟੀਵੀ ਲਗਾ ਕੇ ਦੇਖ ਲੈਂਦੀ ਆ। ਬੇਟੀ ਤੂੰ ਮੇਰੇ ਨਾਲ ਆ, ਅਸੀਂ ਉੱਥੇ ਬੈਠ ਕੇ ਗੱਲਾਂ ਕਰਦੇ ਹਾਂ। ਠੀਕ ਹੈ ਅੰਕਲ। ਅੰਕਲ, ਮੰਮੀ ਨੇ ਮੈਨੂੰ ਰਸਤੇ 'ਚ ਦੱਸਿਆ ਕਿ ਇਸ ਧਰਤੀ ਉੱਪਰ ਵੱਖ-ਵੱਖ ਥਾਂ ਤੇ ਤਾਪਮਾਨ ਵੱਖ-ਵੱਖ ਹੁੰਦਾ ਹੈ। ਬਿਲਕੁਲ। ਇਸ ਦਾ ਕਾਰਨ ਹੈ ਸੂਰਜ। ਹਾਂ। ਸੂਰਜ ਦੇ ਕਾਰਨ ਹੀ ਧਰਤੀ ਦਾ ਇੱਕ ਖੇਤਰ ਗਰਮ ਹੁੰਦਾ ਹੈ ਤੇ ਦੂਜਾ ਠੰਡਾ। ਬਿਲਕੁਲ ਸਹੀ। ਕੁਝ ਥਾਵਾਂ ਤੇ ਦਿਨ ਲੰਬੇ ਹੁੰਦੇ ਨੇ ਪਰ ਰਾਤਾਂ ਛੋਟੀਆਂ ਹੁੰਦੀਆਂ ਨੇ। ਇਹ ਵੀ ਠੀਕ ਹੈ। ਜਦਕਿ ਕੁਝ ਥਾਵਾਂ ਤੇ ਇਸ ਤੋਂ ਉਲਟ ਹੁੰਦਾ ਹੈ। ਤੁਸੀਂ ਮੈਨੂੰ ਚੰਗੀ ਤਰ੍ਹਾਂ ਸਮਝਾਓ ਨਾ। ਬਿਲਕੁਲ ਬੇਟਾ। ਬੇਟਾ, ਕੀ ਤੂੰ ਜਾਣਦੀ ਹੈ ਕਿ ਮੌਸਮ ਦਿਨਾਂ ਜਾਂ ਇੱਥੋਂ ਤੱਕ ਘੰਟਿਆਂ ਦੇ ਹਿਸਾਬ ਨਾਲ ਵੀ ਬਦਲਦਾ ਹੈ? ਇਹ ਦਿਨ ਵਿੱਚ ਗਰਮ ਤੇ ਰਾਤ ਨੂੰ ਸਰਦ ਵੀ ਹੋ ਸਕਦਾ ਹੈ। ਹਾਂਜੀ ਅੰਕਲ, ਮੈਂ ਵੀ ਕਈ ਵਾਰ ਐਦਾਂ ਮਹਿਸੂਸ ਕਰਦੀ ਹਾਂ। ਗਰਮੀਆਂ 'ਚ ਤਾਂ 8 ਵਜੇ ਤੱਕ ਮੈਂ ਖੇਡਦੀ ਰਹਿੰਦੀ ਹਾਂ, ਪਰ ਇੱਥੇ ਰਾਤ ਦੇ 8 ਵਜੇ
ਖਾਣਾ ਖਾ ਕੇ ਸੌਣ ਦੀਆਂ ਗੱਲਾਂ ਹੋ ਰਹੀਆਂ ਨੇ। ਬਹੁਤ ਵੱਡਾ ਫਰਕ ਹੈ। ਬੇਟਾ ਇਸ ਦੇ ਵੀ ਦੋ ਕਾਰਨ ਹੁੰਦੇ ਨੇ। ਪਹਿਲਾ ਸੂਰਜ ਤੋਂ ਆਉਣ ਵਾਲੀ ਊਰਜਾ ਦੀ ਮਾਤਰਾ ਤੇ ਦੂਜਾ ਵਾਯੂਮੰਡਲ ਤੇ ਮਹਾਸਾਗਰਾਂ ਦਾ ਵਹਿਣ, ਜਿਹੜਾ ਗਰਮੀ ਤੇ ਨਮੀ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲੈ ਕੇ ਜਾਂਦਾ ਹੈ। ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆਈ ਅੰਕਲ। ਠੀਕ ਹੈ, ਤਾਂ ਮੈਨੂੰ ਇਹ ਦੱਸ ਕਿ ਤੂੰ ਇਕਵੇਟਰ ਯਾਨੀ ਭੂ-ਮੱਧ ਰੇਖਾ ਬਾਰੇ ਜਾਣਦੀ ਹੈ? ਹਾਂ, ਪਿਛਲੇ ਹਫਤੇ ਸਕੂਲ 'ਚ ਇਹਦਾ ਟੈਸਟ ਸੀ, ਉਦੋਂ ਮੈਂ ਇਹਨੂੰ ਭੂ-ਮੱਧ ਰੇਖਾ ਬਾਰੇ ਪੜ੍ਹਾਇਆ ਸੀ। ਹਾਂਜੀ ਅੰਕਲ, ਮੈਨੂੰ ਯਾਦ ਹੈ ਕਿ ਭੂ-ਮੱਧ ਰੇਖਾ ਗਲੋਬ ਤੇ ਇੱਕ ਕਾਲਪਨਿਕ ਰੇਖਾ ਹੈ ਜਿਹੜੀ ਧਰਤੀ ਨੂੰ ਦੋ ਬਰਾਬਰ ਭਾਗਾਂ 'ਚ ਵੰਡਦੀ ਹੈ। ਇੱਥੇ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹੈ। ਸਾਰੇ ਪ੍ਰਮੁੱਖ ਰੇਗਿਸਤਾਨ ਇਸੇ ਖੇਤਰ 'ਚ ਮੌਜੂਦ ਹਨ ਤੇ ਇਸ ਖੇਤਰ 'ਚ ਵਰਖਾ ਵੀ ਬਹੁਤ ਹੁੰਦੀ ਹੈ। ਜਲਵਾਯੂ ਹੁੰਦਾ ਹੈ ਗਰਮ ਤੇ ਤਰ। ਬਹੁਤ ਵਧੀਆ। ਜੇਕਰ ਇਹ ਪਤਾ ਹੈ ਤਾਂ ਹੁਣ ਇਹ ਵੀ ਦੱਸ ਕਿ ਰੇਗਿਸਤਾਨੀ ਇਲਾਕਾ ਹੋਣ ਦੇ ਬਾਵਜੂਦ ਇੱਥੇ ਇੰਨੀ ਵਰਖਾ ਕਿਉਂ ਪੈਂਦੀ ਹੈ? ਇਹ ਤਾਂ ਬਹੁਤ ਹੀ ਸੌਖਾ ਹੈ ਸਰ। ਭੂ-ਮੱਧ ਰੇਖਾ ਦੇ ਨੇੜੇ ਉੱਚ ਤਾਪਮਾਨ ਹੋਣ ਕਾਰਨ ਪਾਣੀ ਦਾ ਵਾਸ਼ਪੀਕਰਨ ਤੇਜ਼ੀ ਨਾਲ ਹੁੰਦਾ ਹੈ। ਬਈ ਵਾਹ, ਬਹੁਤ ਅੱਛੇ। ਮਨਜੀਤ, ਤੂੰ ਤਾਂ ਸਮਝਦਾਰ ਹੀ ਬਹੁਤ ਹੈ। ਥੈਂਕ ਯੂ ਸਰ। ਓਹੋ, ਤੂੰ ਮੈਨੂੰ ਸਰ ਕਿਉਂ ਆਖ ਰਹੀ ਹੈ? ਮੈਂ ਤੇਰਾ ਟੀਚਰ ਤਾਂ ਹਾਂ ਨਹੀਂ। ਸੌਰੀ ਜੀ, ਅੰਕਲ ਹੀ ਕਹਾਂਗੀ। ਧਰਤੀ ਦੇ ਜਲਵਾਯੂ ਖੇਤਰਾਂ ਨੂੰ ਗਲੋਬ ਉੱਪਰ ਅਕਸ਼ਾਂਸ਼ਾਂ ਦੀ ਮਦਦ ਨਾਲ ਸਮਝਿਆ ਜਾ ਸਕਦਾ ਹੈ। ਸਭ ਤੋਂ ਮਹੱਤਵਪੂਰਨ ਹੁੰਦੀ ਹੈ ਭੂ-ਮੱਧ ਰੇਖਾ, ਜਿਵੇਂ ਕਿ ਅਸੀਂ ਚਰਚਾ ਵੀ ਕੀਤੀ ਹੈ। ਫਿਰ ਉੱਤਰੀ ਧਰੁਵ ਦੇ ਵੱਲ ਕਰਕ ਰੇਖਾ ਤੇ ਦੱਖਣੀ ਧਰੁਵ ਵੱਲ ਮਕਰ ਰੇਖਾ ਹੁੰਦੀ ਹੈ। ਇਸ ਤੋਂ ਬਾਅਦ ਆਉਂਦੀਆਂ ਨੇ ਆਰਕਟਿਕ ਤੇ ਅੰਟਾਰਕਟਿਕ ਚੱਕਰੀ ਰੇਖਾਵਾਂ। ਇਹ ਤਾਂ ਬਹੁਤ ਮੁਸ਼ਕਲ ਨਾਂ ਨੇ ਅੰਕਲ। ਪਰ ਧਿਆਨ ਦੇਵੋਗੇ ਤਾਂ ਸਮਝਣ ਵਿੱਚ ਬਹੁਤ ਆਸਾਨੀ ਹੋਏਗੀ। ਕਰਕ ਰੇਖਾ ਤੇ ਮਕਰ ਰੇਖਾ ਦੇ ਵਿਚਕਾਰਲੇ ਖੇਤਰ ਨੂੰ ਊਸ਼ਨ ਕਟੀਬੰਧੀ ਖੇਤਰ ਜਾਂ ਟੌਰਿਡ ਜ਼ੋਨ ਜਾਂ ਫਿਰ ਟ੍ਰੋਪਿਕ ਜ਼ੋਨ ਕਹਿੰਦੇ ਨੇ। ਇਹ ਧਰਤੀ ਦਾ ਸਭ ਤੋਂ ਗਰਮ ਹਿੱਸਾ ਹੁੰਦਾ ਹੈ। ਪਤਾ ਕਿਉਂ? ਹਾਂਜੀ ਅੰਕਲ, ਇਸ ਹਿੱਸੇ ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ। ਬਿਲਕੁਲ ਸਹੀ। ਸ਼ੁਕਰ ਹੈ ਕਿ ਭੂ-ਮੱਧ ਰੇਖਾ ਭਾਰਤ ਚੋਂ ਹੋ ਕੇ ਨਹੀਂ ਲੰਘਦੀ। ਭਾਰਤ ਭੂ-ਮੱਧ ਰੇਖਾ ਦੇ ਉੱਤਰ 'ਚ ਸਥਿਤ ਹੈ, ਮਤਲਬ ਉੱਤਰੀ ਗੋਲਾਰਧ 'ਚ। ਇਸ ਗੋਲਾਰਧ ਦੇ ਭੂ-ਮੱਧ ਰੇਖਾ ਤੇ ਕਰਕ ਰੇਖਾ ਦੇ ਵਿਚਕਾਰਲੇ ਹਿੱਸੇ 'ਚ ਅਫਰੀਕਾ ਦਾ ਵਧੇਰੇ ਭਾਗ, ਦੱਖਣੀ ਏਸ਼ੀਆ, ਇੰਡੋਨੇਸ਼ੀਆ, ਉੱਤਰੀ ਆਸਟ੍ਰੇਲੀਆ, ਮੱਧ ਅਮਰੀਕਾ ਵਗੈਰਾ ਆਉਂਦੇ ਨੇ। ਬਹੁਤ ਵਧੀਆ। ਹੁਣ ਅੱਗੇ ਸੁਣ। ਅਗਲਾ ਹੈ ਸੀਤ ਉਸ਼ਣ ਖੰਡ ਯਾਨੀ ਕਿ ਟੈਂਪਰੇਟ ਜ਼ੋਨ, ਜਿਹੜਾ ਉੱਤਰੀ ਗੋਲਾਰਧ ਵਿੱਚ ਆਰਕਟਿਕ ਚੱਕਰ ਤੇ ਕਰਕ ਰੇਖਾ ਦੇ ਦਰਮਿਆਨ ਹੈ। ਤੇ ਦੱਖਣੀ ਗੋਲਾਰਧ 'ਚ ਮਕਰ ਰੇਖਾ ਤੇ ਐਂਟਾਰਕਟਿਕ ਚੱਕਰ ਦੇ ਦਰਮਿਆਨ, ਹੈ ਨਾ ਅੰਕਲ? ਠੀਕ। ਛੁੱਟੀਆਂ ਮਨਾਉਣ ਜਾਣਾ ਹੋਵੇ ਤਾਂ ਉਹ ਉੱਤਮ ਖੇਤਰ ਹੈ, ਕਿਉਂਕਿ ਇਸ ਹਿੱਸੇ ਵਿੱਚ ਨਾ ਜ਼ਿਆਦਾ ਗਰਮੀ ਹੁੰਦੀ ਹੈ ਨਾ ਜ਼ਿਆਦਾ ਸਰਦੀ। ਇੱਥੇ ਗਰਮੀ, ਸਰਦੀ, ਬਸੰਤ ਤੇ ਪਤਝੜ ਸਾਰੇ ਮੌਸਮਾਂ ਦਾ ਆਨੰਦ ਲਿਆ ਜਾ ਸਕਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹਨਾਂ ਖੇਤਰਾਂ 'ਚ ਸੂਰਜ ਦੀਆਂ ਕਿਰਨਾਂ ਕਦੇ ਵੀ ਸਿੱਧੀਆਂ ਨਹੀਂ ਪੈਂਦੀਆਂ। ਇਸ ਲਈ ਇਹਨਾਂ ਖੇਤਰਾਂ 'ਚ ਤਾਪਮਾਨ ਠੀਕ-ਠੀਕ ਹੁੰਦਾ ਹੈ। ਬਿਲਕੁਲ। ਤੇ ਤਾਪਮਾਨ ਠੀਕ-ਠੀਕ ਭਾਵ ਨਾ ਜ਼ਿਆਦਾ ਸਰਦੀ ਤੇ ਨਾ ਜ਼ਿਆਦਾ ਗਰਮੀ। ਇਹਨਾਂ 'ਚ ਕੁਝ ਹਿੱਸਿਆਂ 'ਚ ਸਾਲ ਭਰ ਵਰਖਾ ਹੁੰਦੀ ਰਹਿੰਦੀ ਹੈ। ਭਾਰਤ ਵਿੱਚ ਕਰਕ ਰੇਖਾ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਤ੍ਰਿਪੁਰਾ, ਮਿਜ਼ੋਰਮ ਤੇ ਝਾਰਖੰਡ ਤੋਂ ਹੋ ਕੇ ਲੰਘਦੀ ਹੈ। ਮੈਂ ਠੀਕ ਹੈ ਨਾ ਸੁਨੀਲ? ਬਿਲਕੁਲ ਭਾਬੀ ਜੀ। ਤੇ ਜੇਕਰ ਧਰਤੀ ਦੀ ਗੱਲ ਕਰੀਏ ਤਾਂ ਇਹ ਚਿਲੀ, ਅਰਜਨਟੀਨਾ, ਪੈਰਾਗੁਏ, ਬ੍ਰਾਜ਼ੀਲ, ਨਾਮੀਬੀਆ, ਦੱਖਣੀ ਅਫਰੀਕਾ, ਮੋਜ਼ਾਂਬੀਕ, ਮੈਡਾਗਾਸਕਰ, ਆਸਟ੍ਰੇਲੀਆ ਤੇ ਫਿਜੀ ਵਿੱਚੋਂ ਹੋ ਕੇ ਲੰਘਦੀ ਹੈ। ਪਰ ਅੰਕਲ, ਇੱਥੇ ਤਾਂ ਹਮੇਸ਼ਾ ਵਰਖਾ ਹੁੰਦੀ ਰਹਿੰਦੀ ਹੈ। ਮੈਨੂੰ ਵਰਖਾ ਬਿਲਕੁਲ ਨਹੀਂ ਚੰਗੀ ਲੱਗਦੀ। ਮੈਂ ਇਹਨਾਂ ਥਾਵਾਂ ਤੇ ਬਿਲਕੁਲ ਵੀ ਨਹੀਂ ਜਾਵਾਂਗੀ। ਫੇਰ ਤਾਂ ਧਰੁਵੀ ਖੇਤਰਾਂ ਵਿੱਚ ਜਾਣਾ ਤੈਨੂੰ ਬਿਲਕੁਲ ਪਸੰਦ ਨਹੀਂ ਆਉਣਾ। ਉਹ ਕਿਉਂ? ਕਿਉਂਕਿ ਉੱਥੇ ਤਾਂ ਪੂਰਾ ਸਾਲ ਹੀ ਠੰਡ ਰਹਿੰਦੀ ਹੈ। ਉੱਤਰੀ ਗੋਲਾਰਧ 'ਚ ਉੱਤਰੀ ਧਰੁਵ ਹੈ ਤੇ ਦੱਖਣੀ 'ਚ ਦੱਖਣੀ ਧਰੁਵ। ਇਹਨਾਂ ਖੇਤਰਾਂ 'ਚ ਸਾਲ ਭਰ ਸੂਰਜ ਦੀਆਂ ਕਿਰਨਾਂ ਬਹੁਤ ਘੱਟ ਪੈਂਦੀਆਂ ਨੇ। ਇਸ ਲਈ ਇਹ ਹਿੱਸੇ ਬਹੁਤ ਹੀ ਠੰਡੇ ਹੁੰਦੇ ਨੇ। ਤੇ ਇੱਥੇ ਤਾਂ ਬਸ ਬਰਫ਼ ਦੀਆਂ ਚੱਟਾਨਾਂ ਹੀ ਹੁੰਦੀਆਂ ਨੇ। ਤਾਂ ਸਾਰਾ ਕੁਝ ਸੂਰਜ ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਅੰਕਲ ਨੇ ਕਿਹਾ, ਟੌਰਿਡ ਜ਼ੋਨ ਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਨੇ ਜਿਹੜੀਆਂ ਇਸ ਨੂੰ ਗਰਮ ਬਣਾਉਂਦੀਆਂ ਨੇ, ਤੇ ਟੈਂਪਰੇਟ ਜ਼ੋਨ ਤੇ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਨੇ, ਜਿਸ ਨਾਲ ਇੱਥੇ ਦਾ ਮੌਸਮ ਨਾ ਜ਼ਿਆਦਾ ਗਰਮ ਹੁੰਦਾ ਹੈ ਤੇ ਨਾ ਹੀ ਜ਼ਿਆਦਾ ਠੰਡਾ। ਹਾਂ,
ਤੇ ਧਰੂਵੀ ਖੇਤਰਾਂ ਤੇ ਸੂਰਜ ਦੀਆਂ ਕਿਰਨਾਂ ਲਗਭਗ ਨਾ ਦੇ ਬਰਾਬਰ ਪੈਂਦੀਆਂ ਨੇ। ਇਸੇ ਕਰਕੇ ਇਹ ਹਿੱਸੇ ਠੰਡੇ ਹੁੰਦੇ ਨੇ। ਅੰਕਲ, ਹਾਂਜੀ। ਸੂਰਜ ਦੀਆਂ ਕਿਰਨਾਂ ਜਲਵਾਯੂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ? ਇਹ ਤਾਂ ਬਹੁਤ ਚੰਗਾ ਸਵਾਲ ਪੁੱਛਿਆ ਮਨਜੀਤ। ਸੂਰਜ ਦੀਆਂ ਕਿਰਨਾਂ ਕਿਸੇ ਵੀ ਥਾਂ ਤੇ ਜਲਵਾਯੂ 'ਚ ਇੱਕ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ। ਤੁਸੀਂ ਇਹ ਤਾਂ ਜਾਣਦੇ ਹੀ ਹੋ ਕਿ ਧਰਤੀ ਗੋਲ ਹੈ, ਇਸ ਲਈ ਭੂਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਤੇ ਸੂਰਜ ਦੀਆਂ ਸਿੱਧੀਆਂ ਕਿਰਨਾਂ ਪੈਂਦੀਆਂ ਨੇ ਤੇ ਇੱਕ ਛੋਟੇ ਜਿਹੇ ਖੇਤਰ ਤੇ ਕੇਂਦਰਿਤ ਹੋ ਜਾਂਦੀਆਂ ਨੇ ਤੇ ਇਸ ਲਈ ਇਹ ਖੇਤਰ ਗਰਮ ਹੋ ਜਾਂਦਾ ਹੈ। ਤੇ ਜਿਵੇਂ-ਜਿਵੇਂ ਅਸੀਂ ਭੂਮੱਧ ਰੇਖਾ ਤੋਂ ਦੂਰ ਹੁੰਦੇ ਜਾਂਦੇ ਹਾਂ, ਸੂਰਜ ਦੀਆਂ ਕਿਰਨਾਂ ਤਿਰਛੀਆਂ ਹੁੰਦੀਆਂ ਜਾਂਦੀਆਂ ਨੇ। ਬਿਲਕੁਲ, ਇਸ ਦਾ ਮਤਲਬ ਹੈ ਸੂਰਜ ਦੀਆਂ ਤਿਰਛੀਆਂ ਕਿਰਨਾਂ ਵੱਡੇ ਖੇਤਰ 'ਚ ਫੈਲ ਜਾਂਦੀਆਂ ਨੇ ਤੇ ਇਸ ਲਈ ਉਹ ਸਿੱਧੀਆਂ ਕਿਰਨਾਂ ਜਿੰਨੀ ਗਰਮੀ ਨਹੀਂ ਕਰਦੀਆਂ ਤੇ ਇਸ ਕਾਰਨ ਜਿਵੇਂ-ਜਿਵੇਂ ਅਸੀਂ ਭੂਮੱਧ ਰੇਖਾ ਤੋਂ ਦੂਰ ਜਾਂਦੇ ਹਾਂ, ਤਾਪਮਾਨ ਘੱਟ ਹੁੰਦਾ ਜਾਂਦਾ ਹੈ। ਹਾਂ ਮਨਜੀਤ, ਇਹਦੀ ਇੱਕ ਹੋਰ ਧਾਰਨਾ ਵੀ ਹੈ। ਉਹ ਕੀ? ਜਦੋਂ ਕੋਈ ਚੀਜ਼ ਸਿੱਧੀ ਡਿੱਗਦੀ ਹੈ ਤਾਂ ਉਹ ਇੱਕ ਛੋਟੇ ਜਿਹੇ ਖੇਤਰ ਤੇ ਡਿੱਗਦੀ ਹੈ, ਪਰ ਜੇਕਰ ਉਹ ਤਿਰਛੀ ਡਿੱਗਦੀ ਹੈ ਤਾਂ ਉਹ ਜ਼ਿਆਦਾ ਖੇਤਰ ਤੇ ਪੈਂਦੀ ਹੈ। ਕਿਰਨਾਂ ਦੁਆਰਾ ਹੋਣ ਵਾਲੀ ਗਰਮੀ ਜ਼ਿਆਦਾ ਖੇਤਰ 'ਚ ਫੈਲਣ ਨਾਲ ਗਰਮੀ ਦਾ ਪ੍ਰਭਾਵ ਘੱਟ ਹੋਣ ਲੱਗਦਾ ਹੈ। ਓ, ਇਸੇ ਕਰਕੇ ਤੁਸੀਂ ਜਿੰਨਾ ਉੱਪਰ ਜਾਂਦੇ ਹੋ ਤਾਪਮਾਨ ਉਨਾ ਹੀ ਘੱਟ ਹੁੰਦਾ ਜਾਂਦਾ ਹੈ। ਬਿਲਕੁਲ, ਸੂਰਜ ਦੀਆਂ ਕਿਰਨਾਂ ਦੀ ਦਿਸ਼ਾ ਤੇ ਸਥਾਨ ਦੀ ਉਚਾਈ ਦੋ ਮਹੱਤਵਪੂਰਨ ਕਾਰਕ ਨੇ ਜਿਹੜੇ ਕਿਸੇ ਸਥਾਨ ਦੇ ਜਲਵਾਯੂ ਦੀ ਭਿੰਨਤਾ ਨੂੰ ਪ੍ਰਭਾਵਿਤ ਕਰਦੇ ਨੇ। ਅੰਕਲ, ਕੀ ਧਰਤੀ ਦੇ ਜਲਵਾਯੂ ਦੀ ਭਿੰਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਹੋਰ ਵੀ ਕਾਰਕ ਨੇ? ਹਾਂ, ਬਹੁਤ ਸਾਰੇ ਨੇ, ਜਿਵੇਂ ਮਹਾਸਾਗਰਾਂ ਦੀਆਂ ਧਾਰਾਵਾਂ, ਉਚਾਈ, ਅਕਸ਼ਾਂਸ਼, ਚੱਲਣ ਵਾਲੀਆਂ ਹਵਾਵਾਂ, ਪਾਣੀ ਦੀ ਨੇੜਤਾ ਵਗੈਰਾ। ਸੁਨੀਲ, ਕੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਭ ਕੁਝ ਇਕੱਠਾ ਸਮਝਣਾ ਥੋੜਾ ਮੁਸ਼ਕਿਲ ਹੋਏਗਾ? ਉਹ ਤੁਸੀਂ ਚਿੰਤਾ ਨਾ ਕਰੋ ਭਾਬੀ ਜੀ, ਹੁਣ ਬਾਕੀ ਦੀਆਂ ਗੱਲਾਂ ਇਹਨੂੰ ਮੈਂ ਸਵੇਰੇ ਦੱਸਾਂਗਾ। ਜਦੋਂ ਸਵੇਰੇ ਚੜ੍ਹਦਾ ਸੂਰਜ ਦੇਖਣ ਚੱਲਾਂਗੇ ਨਾ, ਉੱਥੇ ਇਹ ਦੇਖੇਗੀ ਵੀ ਤੇ ਸਿੱਖੇਗੀ ਵੀ। ਠੀਕ ਹੈ। ਤੁਸੀਂ ਮਜ਼ਾਕ ਉਡਾ ਰਹੇ ਹੋ ਨਾ ਮੇਰਾ, ਹੈ ਨਾ? ਉਹ ਨਹੀਂ ਬੇਟਾ, ਬਸ ਹੁਣ ਅੰਕਲ ਨੂੰ ਨੀਂਦ ਆ ਰਹੀ ਹੈ, ਇਸ ਲਈ ਬਾਕੀ ਗੱਲਾਂ ਅਸੀਂ ਸਵੇਰੇ ਕਰਾਂਗੇ। ਮਨਜੀਤ ਬੇਟਾ, ਹਾਂਜੀ ਅੰਕਲ। ਇੱਕ ਗੱਲ ਦਾ ਧਿਆਨ ਰਹੇ, ਕੱਲ ਸਵੇਰੇ ਅਸੀਂ 5 ਵਜੇ ਉੱਠਣਾ। ਅਸੀਂ ਚੜ੍ਹਦਾ ਸੂਰਜ ਵੇਖਣ ਜਾਣਾ ਹੈ, ਸਨਰਾਈਜ਼। ਦੇਰ ਹੋ ਗਈ ਤਾਂ ਸੂਰਜ ਸਾਡਾ ਇੰਤਜ਼ਾਰ ਨਹੀਂ ਕਰੇਗਾ। ਓ ਵਾਓ, ਫਿਰ ਤਾਂ ਬਹੁਤ ਮਜ਼ਾ ਆਏਗਾ। ਮੰਮੀ, ਜਲਦੀ ਉੱਠੋ, ਸੁਨੀਲ ਅੰਕਲ ਸਾਡਾ ਇੰਤਜ਼ਾਰ ਕਰ ਰਹੇ ਹੋਣਗੇ। ਮੈਂ ਸਨਰਾਈਜ਼ ਵੇਖਣਾ ਚਾਹੁੰਦੀ ਹਾਂ, ਜਲਦੀ ਕਰੋ ਨਾ। ਠੀਕ ਹੈ, ਚੱਲ ਜਾ, ਤਿਆਰ ਹੋ ਜਾ, ਮੈਂ ਤੇਰੇ ਦਾਦੂ ਨੂੰ ਜਗਾ ਦਿੰਨੀ ਆ। ਪਾਪਾ ਜੀ ਉੱਠ ਜਾਓ, ਅਸੀਂ ਸਨਰਾਈਜ਼ ਵੇਖਣ ਲਈ ਨਿਕਲਣਾ ਹੈ। ਪੁੱਤਰ, ਮੈਂ ਤਾਂ ਜਲਦੀ ਉੱਠ ਗਿਆ ਸੀ ਤੇ ਤਿਆਰ ਵੀ ਹੋ ਗਿਆ। ਜਲਦੀ ਜੋ ਸੌਂ ਗਿਆ ਸੀ ਤੇ ਸਵੇਰੇ ਫਿਰ ਨੀਂਦ ਆ ਜਿਹੜੀ ਉਹ ਜਲਦੀ ਖੁੱਲ ਗਈ। ਮੈਂ ਵੀ ਤਿਆਰ ਹੋ ਗਈ ਹਾਂ, ਹੁਣ ਚਲੋ। ਪਰ ਸੁਨੀਲ ਅੰਕਲ ਕਿੱਥੇ ਨੇ? ਉਹ ਆਪਣੇ ਕਮਰੇ 'ਚ ਹੋਣਗੇ ਬੇਟਾ, ਜਾ ਬੁਲਾ ਕੇ ਲਿਆ। ਠੀਕ ਹੈ ਮੰਮੀ। ਆਈ ਐਮ ਹੇਅਰ। ਸਾਰੇ ਤਿਆਰ ਹੋ ਗਏ? ਹਾਂਜੀ। ਚਲੋ ਫਿਰ ਨਿਕਲਦੇ ਹਾਂ। ਅੰਕਲ, ਬੜੇ ਸਮਾਰਟ ਲੱਗ ਰਹੇ ਹੋ। ਚਲੋ, ਸਾਨੂੰ ਸਨਰਾਈਜ਼ ਵਿਖਾਉਣ ਲਈ ਛੇਤੀ ਲੈ ਚੱਲੋ। ਨਮਸਤੇ ਸਾਹਿਬ ਜੀ। ਨਮਸਤੇ ਲਕਸ਼ਮਣ। ਨਮਸਤੇ ਮੈਡਮ ਜੀ। ਇੱਥੋਂ ਦਾ ਚੜ੍ਹਦਾ ਸੂਰਜ ਬਹੁਤ ਹੀ ਸੁੰਦਰ ਹੁੰਦਾ, ਤੁਹਾਨੂੰ ਬਹੁਤ ਮਜ਼ਾ ਆਵੇਗਾ। ਅਸੀਂ ਇਸ ਵੇਲੇ ਨੈਣਾ ਚੋਟੀ ਤੇ ਹਾਂ ਤੇ ਇਹ ਇੱਥੋਂ ਦੀ ਸਭ ਤੋਂ ਉੱਚੀ ਪਹਾੜੀ ਹੈ ਤੇ ਨੈਨੀਤਾਲ 'ਚ ਪ੍ਰਸਿੱਧ ਸੈਰ ਸਪਾਟਾ ਸਥਾਨਾਂ 'ਚੋਂ ਇੱਕ ਹੈ। ਮਨਜੀਤ ਬੇਟਾ। ਹਾਂਜੀ ਅੰਕਲ। ਆ ਇੱਧਰ ਆ, ਇੱਥੇ ਉੱਪਰ ਖੜੀ ਹੋ ਜਾ। ਹਾਂ, ਹੁਣ ਵੇਖ ਕਿ ਅਸੀਂ ਕਿੰਨੀ ਉਚਾਈ ਤੇ ਹਾਂ ਤੇ ਇੱਥੋਂ ਪੂਰਾ ਨੈਨੀਤਾਲ ਸ਼ਹਿਰ ਵੇਖ ਸਕਦੀ ਹੈ ਤੇ ਅਸੀਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਨੂੰ ਵੇਖ ਸਕਦੇ ਹਾਂ। ਵਾਓ, ਬਹੁਤ ਹੀ ਸੋਹਣਾ ਦ੍ਰਿਸ਼ ਹੈ ਅੰਕਲ। ਪਰ ਮੈਨੂੰ ਤਾਂ ਸੂਰਜ ਕਿਤੇ ਵੀ ਨਹੀਂ ਦਿਖਾਈ ਦੇ ਰਿਹਾ, ਬਸ ਰੋਸ਼ਨੀ ਹੋ ਗਈ ਹੈ, ਹਨੇਰਾ ਹਟ ਗਿਆ, ਪਰ ਸੂਰਜ ਕਿੱਥੇ ਹੈ? ਸੂਰਜ ਨਹੀਂ ਦਿਸ ਰਿਹਾ, ਮਤਲਬ ਠੀਕ ਤਰ੍ਹਾਂ ਹਲੇ ਨਿਕਲਿਆ ਹੀ ਨਹੀਂ ਹੈ, ਇਸੇ ਲਈ ਇੰਨੀ ਠੰਡ ਹੈ ਇੱਥੇ। ਜੇਕਰ ਸੂਰਜ ਠੀਕ ਤਰ੍ਹਾਂ ਨਿਕਲ ਜਾਏ ਤਾਂ ਇੰਨੀ ਸਰਦੀ ਨਹੀਂ ਹੋਏਗੀ। ਯਾਦ ਹੈ ਸੁਨੀਲ ਅੰਕਲ ਨੇ ਤੈਨੂੰ ਦੱਸਿਆ ਸੀ। ਵੀ ਇੱਥੇ ਆ ਕੇ ਬਹੁਤ ਚੰਗਾ ਲੱਗ ਰਿਹਾ। ਮਨਜੀਤ, ਹੁਣ ਸੁਨੀਲ ਅੰਕਲ ਤੋਂ ਪੁੱਤਰ ਹੋਰ ਸਵਾਲ ਜੇ ਪੁੱਛਣੇ ਆ ਜਾਂ ਰਾਤ ਦੀ ਹੋਈ ਗੱਲਬਾਤ ਕਾਫੀ ਹੈ। ਜੇ ਕੁਝ ਬਚਿਆ ਹੋਏ ਤੇ ਹੁਣੇ ਪੁੱਛ ਲੈ।
ਪਾਪਾ ਜੀ ਸੁਨੀਲ ਮਨਜੀਤ ਨੂੰ ਇੱਥੇ ਲੈ ਕੇ ਹੀ ਇਸ ਲਈ ਆਏ ਨੇ। ਕਿਉਂ ਸੁਨੀਲ, ਤੁਸੀਂ ਇਸ ਨੂੰ ਉਚਾਈ ਦੀ ਧਾਰਨਾ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ, ਹੈ ਨਾ? ਹਾਂ ਬਿਲਕੁਲ, ਹੋਰ ਵੀ ਕੁਝ ਗੱਲਾਂ ਦੱਸਣੀਆਂ ਨੇ ਇਹਨੂੰ। ਮਨਜੀਤ ਬੇਟਾ ਵੇਖ, ਅਸੀਂ ਕਿੰਨੀ ਉਚਾਈ ਤੇ ਖੜੇ ਹਾਂ। ਉਚਾਈ ਸਮੁੰਦਰ ਦੇ ਪੱਧਰ ਦੇ ਆਧਾਰ ਤੇ ਤੈਅ ਹੁੰਦੀ ਹੈ। ਉਚਾਈ ਦੇ ਹਰ 160 ਮੀਟਰ ਦੇ ਲਈ ਤਾਪਮਾਨ ਔਸਤਨ ਲਗਭਗ 1 ਡਿਗਰੀ ਸੈਲਸੀਅਸ ਡਿੱਗਦਾ ਹੈ। ਉਚਾਈ ਜਿੰਨੀ ਜ਼ਿਆਦਾ ਹੋਏਗੀ ਉਨਾ ਹੀ ਤਾਪਮਾਨ ਘੱਟ। ਇਸੇ ਲਈ ਸਾਡੇ ਘਰ ਦੇ ਮੁਕਾਬਲੇ ਇੱਥੇ ਜ਼ਿਆਦਾ ਠੰਡ ਹੁੰਦੀ ਹੈ। ਬਿਲਕੁਲ। ਤੇ ਜਿੰਨਾ ਉੱਪਰ ਜਾਵਾਂਗੇ ਉਨੀ ਜ਼ਿਆਦਾ ਠੰਡ ਹੋਏਗੀ। ਬਿਲਕੁਲ ਸਹੀ, ਤੂੰ ਤਾਂ ਬਹੁਤ ਸਮਝਦਾਰ ਹੋ ਗਈ ਹੈ। ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਭਾਬੀ ਜੀ, ਪਰ ਇੱਥੇ ਅਸੀਂ ਇਸ ਧਾਰਨਾ ਬਾਬਤ ਬਹੁਤ ਹੀ ਸਥਾਨਕ ਪੱਧਰ ਤੇ ਚਰਚਾ ਕਰ ਰਹੇ ਹਾਂ। ਪੂਰੀ ਧਰਤੀ ਦੇ ਸੰਦਰਭ 'ਚ ਸੋਚ ਕੇ ਵੇਖੋ, ਧਾਰਨਾ ਉਹੀ ਹੈ, ਸਿਰਫ ਖੇਤਰ ਵੱਧਦਾ ਹੈ। ਸਮਝ ਗਈ ਅੰਕਲ, ਇੱਥੇ ਦਾ ਨਜ਼ਾਰਾ ਤਾਂ ਵੇਖ ਲਿਆ, ਹੁਣ ਅਸੀਂ ਚੱਲੀਏ ਇੱਥੋਂ। ਇੱਕ ਚੀਜ਼ ਦੱਸਣਾ ਤਾਂ ਮੈਂ ਭੁੱਲ ਹੀ ਗਿਆ। ਜਲਵਾਯੂ ਪਰਿਵਰਤਨ ਦਾ ਅਗਲਾ ਮਹੱਤਵਪੂਰਨ ਕਾਰਕ ਜਲ ਸਰੋਤਾਂ ਨਾਲ ਨੇੜਤਾ ਹੈ। ਭੂਮੀ ਪਾਣੀ ਦੇ ਮੁਕਾਬਲੇ ਗਰਮੀ ਨੂੰ ਬਹੁਤ ਛੇਤੀ ਸੋਖਦੀ ਤੇ ਛੱਡਦੀ ਹੈ। ਕੁਝ ਖੇਤਰ ਜਿਹੜੇ ਪਾਣੀ ਦੇ ਨੇੜੇ ਹੁੰਦੇ ਨੇ, ਉਹਨਾਂ ਦਾ ਸਾਲਾਨਾ ਤਾਪਮਾਨ ਬਹੁਤ ਘੱਟ ਬਦਲਦਾ ਹੈ। ਓਕੇ, ਇਹ ਸਮਝਣਾ ਤਾਂ ਇੰਨਾ ਮੁਸ਼ਕਿਲ ਨਹੀਂ ਹੈ। ਅੰਕਲ, ਤੁਸੀਂ ਵੈਸੇ ਸਮਝਾਉਂਦੇ ਬਹੁਤ ਵਧੀਆ ਹੋ। ਥੈਂਕ ਯੂ ਬੇਟਾ। ਮੈਨੂੰ ਨਾ ਹਰ ਗੱਲ ਚੰਗੀ ਤਰ੍ਹਾਂ ਸਮਝ ਆ ਗਈ। ਤਾਂ ਇਹ ਵੀ ਸੁਣ ਕਿ ਪਹਾੜ ਦੇ ਦੋਵੇਂ ਪਾਸੇ ਜਲਵਾਯੂ ਅਕਸਰ ਵੱਖ-ਵੱਖ ਹੁੰਦੀ ਹੈ। ਪਹਾੜ ਦੇ ਇੱਕ ਪਾਸੇ ਜਦੋਂ ਹਵਾ ਉੱਪਰ ਉੱਠਦੀ ਹੈ ਤਾਂ ਇਹ ਠੰਡੀ ਹੁੰਦੀ ਜਾਂਦੀ ਹੈ ਤੇ ਸੰਘਣੀ ਹੋ ਜਾਂਦੀ ਹੈ, ਜਿਸ ਨਾਲ ਉਸ ਇਲਾਕੇ 'ਚ ਬਾਰਿਸ਼ ਹੁੰਦੀ ਹੈ। ਪਰ ਜਦੋਂ ਸੁੱਕੀ ਹਵਾ ਪਹਾੜੀ ਉੱਪਰੋਂ ਦੂਜੇ ਪਾਸੇ ਥੱਲੇ ਉਤਰਦੀ ਹੈ ਤਾਂ ਇਹ ਗਰਮ ਹੋ ਜਾਂਦੀ ਹੈ। ਇਸ ਨਾਲ ਆਮ ਤੌਰ ਤੇ ਰੇਗਿਸਤਾਨ ਬਣਦਾ ਹੈ। ਹਾਂ, ਇਹ ਪਹਾੜੀਆਂ ਦਾ ਅਸਰ ਹੁੰਦਾ ਹੈ। ਜਿਵੇਂ ਜਿਵੇਂ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ ਨਾ, ਮੇਰੇ ਮਨ ਵਿੱਚ ਵੀ ਇੱਕ ਸਵਾਲ ਉੱਠ ਰਿਹਾ ਹੈ। ਮੰਮੀ, ਤੁਸੀਂ ਵੀ? ਹਾਂ, ਮੈਂ ਵੀ। ਹੁਣ ਪੁੱਛ ਲਵਾਂ? ਪੁੱਛੋ। ਸੁਨੀਲ, ਮਹਾਸਾਗਰਾਂ ਦੇ ਮਾਮਲੇ ਵਿੱਚ ਕੀ ਹੁੰਦਾ ਹੈ? ਬਾਬੀ ਜੀ, ਸਾਡੇ ਗ੍ਰਹਿ ਦੀ ਸਤ੍ਹਾ ਦਾ 70% ਤੋਂ ਜ਼ਿਆਦਾ ਹਿੱਸਾ ਮਹਾਸਾਗਰ ਹੈ। ਕਲਪਨਾ ਕਰਨਾ ਵੀ ਮੁਸ਼ਕਿਲ ਹੈ, ਪਰ ਧਰਤੀ ਦਾ ਲਗਭਗ 97% ਪਾਣੀ ਸਾਡੇ ਮਹਾਸਾਗਰਾਂ ਵਿੱਚ ਪਾਇਆ ਜਾਂਦਾ ਹੈ। ਬਾਕੀ ਦੇ ਪਾਣੀ ਚੋਂ 2% ਹਿੱਸਾ ਬਰਫ਼ ਹੈ। 97% ਮਹਾਸਾਗਰਾਂ 'ਚ ਤੇ 2% ਹਿੱਸਾ ਬਰਫ਼ 'ਚ। ਤਾਂ ਫਿਰ ਜਿਹੜਾ ਪਾਣੀ ਅਸੀਂ ਪੀਂਦੇ ਹਾਂ ਉਹ ਕਿੱਥੋਂ ਆਉਂਦਾ ਹੈ? ਸਿਰਫ 1% ਤੋਂ? ਹਾਂ, ਜਲਵਾਯੂ ਪਰਿਵਰਤਨ ਦੇ ਸੰਦਰਭ 'ਚ ਮਹਾਸਾਗਰੀ ਧਾਰਾਵਾਂ ਆਪਣੇ ਉੱਪਰਲੀ ਹਵਾ ਨੂੰ ਗਰਮ ਜਾਂ ਠੰਡਾ ਕਰ ਸਕਦੀਆਂ ਨੇ। ਇਹ ਧਾਰਾਵਾਂ ਤਾਪਮਾਨ ਨੂੰ ਵਿਸ਼ੇਸ਼ ਰੂਪ ਨਾਲ ਪ੍ਰਭਾਵਿਤ ਕਰਦੀਆਂ ਨੇ, ਖਾਸ ਤੌਰ ਤੇ ਤਟੀ ਖੇਤਰਾਂ 'ਚ। ਧਰਤੀ ਤੇ ਮੌਜੂਦ ਕਈ ਤਟੀ ਖੇਤਰ ਇਹਨਾਂ ਧਾਰਾਵਾਂ ਕਾਰਨ ਕਾਫੀ ਨਿੱਘੇ ਰਹਿੰਦੇ ਨੇ, ਨਹੀਂ ਤਾਂ ਉੱਥੇ ਸਰਦੀਆਂ 'ਚ ਪੈਣ ਵਾਲੀ ਠੰਡ ਬਹੁਤ ਭਿਆਨਕ ਹੋਣੀ ਸੀ। ਬਈ, ਮੈਂ ਸੋਚ ਰਹੀ ਹਾਂ ਕਿ ਅਸੀਂ ਜਲ ਸਰੋਤਾਂ ਦੇ ਬਾਰੇ ਗੱਲ ਕਰ ਰਹੇ ਹਾਂ, ਤੇ ਕਿਉਂ ਨਾ ਹੁਣ ਨੈਣੀ ਝੀਲ ਵਿੱਚ ਬੋਟਿੰਗ ਵੀ ਹੋ ਜਾਏ। ਮਜ਼ਾ ਆਏਗਾ। ਝੀਲ ਹੋਏਗਾ ਸਾਡਾ ਅਗਲਾ ਪੜਾਅ। ਚਲੋ ਚਲੋ ਬਈ, ਚਲੋ ਜਲਦੀ ਚਲੀਏ। ਚਲੋ। ਤੇ ਹੁਣ ਨੋਟ ਕਰੋ, ਇਸ ਕੜੀ 'ਚ ਪੁੱਛੇ ਗਏ ਸਵਾਲ। ਪਹਿਲਾ ਸਵਾਲ ਹੈ, ਪਹਾੜਾਂ ਤੇ ਠੰਡ ਕਿਉਂ ਹੁੰਦੀ ਹੈ? ਦੂਸਰਾ ਸਵਾਲ ਹੈ, ਭੂ-ਮੱਧ ਰੇਖਾ ਉੱਤੇ ਤੇਜ਼ ਗਰਮੀ ਕਿਉਂ ਪੈਂਦੀ ਹੈ? ਸਵਾਲ ਇੱਕ ਵਾਰ ਫਿਰ ਨੋਟ ਕਰ ਲਓ। ਪਹਿਲਾ ਸਵਾਲ ਹੈ, ਪਹਾੜਾਂ ਉੱਤੇ ਠੰਡ ਕਿਉਂ ਹੁੰਦੀ ਹੈ? ਦੂਸਰਾ ਸਵਾਲ ਹੈ, ਭੂ-ਮੱਧ ਰੇਖਾ ਉੱਤੇ ਤੇਜ਼ ਗਰਮੀ ਕਿਉਂ ਪੈਂਦੀ ਹੈ? ਜਵਾਬ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਬਦਲਦਾ ਜਲਵਾਯੂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144001। ਹੁਣੇ ਤੁਸੀਂ ਸੁਣ ਰਹੇ ਸੀ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਵਿਗਿਆਨ ਲੜੀਵਾਰ ਬਦਲਦਾ ਜਲਵਾਯੂ ਦੀ ਚੌਥੀ ਕੜੀ। ਪੰਜਾਬੀ ਰੂਪਾਂਤਰ ਤੇ ਲੇਖਨ ਭਾਰਤ ਗਿਆਨ ਵਿਗਿਆਨ ਸਮਿਤੀ, ਪੰਜਾਬ ਤੇ ਚੰਡੀਗੜ੍ਹ। ਇਸ ਕੜੀ 'ਚ ਭਾਗ ਲੈਣ ਵਾਲੇ ਕਲਾਕਾਰ ਹਰਮਨਪ੍ਰੀਤ ਕੌਰ, ਗੁਰਵਿੰਦਰ ਸਿੰਘ, ਅਵਿਨਾਸ਼, ਬ੍ਰਿਜ ਰਸੀਆ, ਪੂਨਮ, ਕਰਨ ਤੇ ਅਨਿਲ ਸ਼ਰਮਾ। ਵਿਸ਼ੇਸ਼ ਸਹਿਯੋਗ ਰਾਜਕੁਮਾਰ ਤੁਲੀ। ਪੇਸ਼ਕਸ਼ ਗੁਰਵਿੰਦਰ ਸਿੰਘ ਸੰਧੂ।